ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਸਾਡੀਆਂ ਅਰਦਾਸਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ? ਇਹ ਬੜੀ ਸੋਚਣ ਵਾਲੀ ਗੱਲ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਵਿੱਚ ਲਿਖਿਆ ਹੁੰਦਾ ਹੈ, ਜੋ ਜੋ ਕਹਿ ਠਾਕੁਰ ਤੈ ਸੇਵਕ ਤਤਕਾਲ ਹੋਏ। ਦਿਲ ਤਾਂ ਬੜਾ ਖੁਸ਼ ਹੁੰਦਾ ਹੈ ਕਿ ਸਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ। ਜਦੋਂ ਫਿਰ ਅਸੀਂ ਅਰਦਾਸ ਕਰਦੇ ਹਾਂ ਅਤੇ ਉਹ ਪੂਰੀ ਨਹੀਂ ਹੁੰਦੀ ਤਾਂ ਦਿਲ ਸੋਚਾਂ ਵਿੱਚ ਪੈ ਜਾਂਦਾ ਹੈ, ਕੀ ਹੋਇਆ ਜੋ ਪੂਰੀ ਨਹੀਂ ਹੋਈ? ਸ਼ਬਦ ਵਿੱਚ 3 ਚੀਜ਼ਾਂ ਹਨ: ਠਾਕੁਰ, ਸੇਵਕ ਅਤੇ ਅਰਦਾਸ। ਜਦੋਂ ਤੱਕ ਇਹ 3 ਚੀਜ਼ਾਂ ਠੀਕ ਰੂਪ ਵਿੱਚ ਮਿਲਣ ਨਾ ਤਾਂ ਨਤੀਜਾ ਪੂਰਾ ਨਹੀਂ ਹੁੰਦਾ। ਜਿਵੇਂ ਬਿਜਲੀ ਦੀਆਂ 2 ਤਾਰਾਂ ਸਹੀ ਰੂਪ ਵਿੱਚ ਮੇਲ ਨਹੀਂ ਹੁੰਦਾ, ਉਹ ਬਿਜਲੀ ਪੈਦਾ ਨਹੀਂ ਕਰਦੀਆਂ। ਠਾਕੁਰ, ਸੇਵਕ ਅਤੇ ਅਰਦਾਸ ਫਿਰ ਮਿਲਣਗੇ ਕਿਵੇਂ? ਪਹਿਲੀ ਗੱਲ, ਠਾਕੁਰ ਦੀ ਪਹਿਚਾਣ ਕੀ ਹੈ? ਅਸੀਂ ਠਾਕੁਰ ਦਾ ਗਲਤ ਸਰੂਪ ਬਣਾ ਅਰਦਾਸ ਕਰਦੇ ਹਾਂ, ਉਸ ਤੋਂ ਵਾਕਿਫ ਹੀ ਨਹੀਂ ਹਾਂ। ਆਪਣੀ ਮਰਜ਼ੀ ਨਾਲ ਉਸ ਠਾਕੁਰ ਨੂੰ ਸਮਝਦੇ ਹਾਂ। ਜਿਸ ਨੂੰ ਸਮਝਦੇ ਹਾਂ ਉਹ ਬਹੁਤ ਦੂਰ ਬੈਠਾ ਹੈ, ਸਾਡੇ ਕੋਲ ਨਹੀਂ ਹੈ। ਜਿਸ ਦਾ ਦਿਲ ਜਮਾ ਪੱਥਰ ਵਰਗਾ, ਜੋ ਸਾਡਾ ਰੋਣਾ ਵੀ ਨਹੀਂ ਦੇਖਦਾ, ਜੋ ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਕਬੂਲ ਵੀ ਨਹੀਂ ਕਰਦਾ। ਕਿਸੇ ਦੀ ਅਰਦਾਸ ਬੜੀ ਜਲਦੀ ਕਬੂਲ ਕਰ ਲੈਂਦਾ। ਜਿੱਥੇ ਸਾਰਾ ਪਰਿਵਾਰ ਬੜੀ ਖੁਸ਼ੀ ਵਿੱਚ ਰਿਹਾ ਹੁੰਦਾ ਅਤੇ ਇੱਕ ਜੀ ਨੂੰ ਲੈ ਜਾਂਦਾ, ਪਰਿਵਾਰ ਨੂੰ ਦੁੱਖ ਦੀ ਭਰੀ ਗੰਢ ਵਿੱਚ ਉਹ ਸੱਟ ਜਾਂਦਾ। ਕਿਤੇ ਹੜ੍ਹ ਨਾਲ ਪੀੜ ਡੋਬ ਦਿੰਦਾ, ਕਿਤੇ ਭੂਚਾਲ ਨਾਲ ਮਕਾਨ ਗਿਰਾ ਦਿੰਦਾ। ਐਵੇਂ ਦੀ ਸੋਚ ਹੁੰਦੀ ਹੈ ਆਪਣੀ। ਠਾਕੁਰ ਕੀ ਐਵੇਂ ਇੱਕ ਤਸਵੀਰ ਬਣਾ ਉਸ ਨੂੰ ਆਪਾਂ ਡਰਾਵਣਾ ਸਮਝਦੇ ਹਾਂ ਅਤੇ ਹਮੇਸ਼ਾ ਉਸ ਕੋਲੋਂ ਡਰਦੇ ਰਹਿੰਦੇ ਹਾਂ। ਇਸ ਦੇ ਨਾਲ ਅਸੀਂ ਉਸ ਠਾਕੁਰ ਨੂੰ ਚੰਗੇ ਕੰਮਾਂ ਦਾ ਕਰਤੱਵ ਵੀ ਮੰਨਦੇ ਹਾਂ। ਡਰਾਉਣੇ ਕੰਮ ਅਸੀਂ ਭੁੱਲ ਨਹੀਂ ਸਕਦੇ ਅਤੇ ਇਹੋ ਜਿਹੇ ਰੂਪ ਹੀ ਚਾਰੋਂ ਪਾਸੇ ਫੈਲਿਆ ਹੋਇਆ। ਸਾਰੇ ਲੋਕ ਰੱਬ ਨੂੰ ਐਵੇਂ ਹੀ ਜਾਣਦੇ ਹਨ। ਜੋ ਲੋਕ ਕਹਿੰਦੇ ਹਨ, ਜੋ ਆਪਾਂ ਹੁਣ ਵਿਚਾਰ ਕਰੀਏ ਕਿ ਰੱਬ ਉਵੇਂ ਦਾ ਹੈ, ਜੇ ਉਵੇਂ ਦਾ ਨਹੀਂ ਤਾਂ ਫਿਰ ਕਿਵੇਂ ਦਾ? ਅਕਲ ਇਸ ਗੱਲ ਨੂੰ ਮੰਨਦੀ ਹੈ ਕਿ ਜੇ ਠਾਕੁਰ ਦੀ ਸਾਨੂੰ ਪਹਿਚਾਣ ਨਹੀਂ, ਸਮਝ ਨਹੀਂ, ਉਹਨਾਂ ਨੂੰ ਜਾਣਦੇ ਨਹੀਂ ਤਾਂ ਮੱਥਾ ਕਿਸ ਅੱਗੇ ਟੇਕਦੇ ਆ? ਫਿਰ ਅਰਦਾਸ ਕਿਸ ਨੂੰ ਕੁਛ ਵੀ ਨਹੀਂ ਪਤਾ ਉਸ ਅੱਗੇ ਕਰੀ ਜਾ ਰਹੇ ਹਾਂ, ਫਿਰ ਪੂਰੀ ਕਿੱਥੋਂ ਹੋਵੇਗੀ? ਇਹ ਉਮੀਦ ਕਿਵੇਂ ਕਰ ਸਕਦੇ ਹਾਂ ਫਿਰ? ਜੇ ਅਸੀਂ ਮਨ ਵਿੱਚ ਕੁਝ ਧਾਰ ਕੇ ਅਰਦਾਸ ਕਰ ਰਹੇ ਹਾਂ, ਫਿਰ ਅਰਦਾਸ ਕਿੱਥੋਂ ਕਬੂਲ ਹੋਵੇਗੀ? ਜਿਵੇਂ ਅਸੀਂ ਚਿੱਠੀ ਉੱਤੇ ਆਪਣੇ ਸੱਜਣ ਮਿੱਤਰ ਦੇ ਪਤੇ ਨੂੰ ਗਲਤ ਲਿਖ ਦਾਂਗੇ ਤਾਂ ਉੱਥੇ ਪਹੁੰਚੇਗੀ ਨਹੀਂ ਨਾ। ਸਾਡੇ ਦਿਲ ਦੀ ਤਾਰ ਜੋ ਅਰਦਾਸ ਲੈ ਕੇ ਜਾਂਦੀ ਹੈ, ਪਤਾ ਗਲਤ ਲਿਖੇ ਹੋਣ ਨਾਲ ਜਵਾਬ ਦੀ ਉਮੀਦ ਨਹੀਂ ਕਰਨੀ ਚਾਹੀਦੀ। ਫਿਰ ਹੁਣ ਠਾਕੁਰ ਦਾ ਸਹੀ ਸਰੂਪ ਜਾਣਨ ਲਈ ਕਿੱਥੇ ਜਾਈਏ? ਠੀਕ ਸਰੂਪ ਦਾ ਪਤਾ ਉੱਥੋਂ ਲੱਗਦਾ ਹੈ ਜਿਸ ਨੇ ਠਾਕੁਰ ਨੂੰ ਵੇਖਿਆ ਹੋਵੇ। ਤਾਂ ਫਿਰ ਸਿਵਾਏ ਗੁਰੂ ਸਾਹਿਬਾਨਾਂ ਦੇ, ਸੰਤਾਂ ਜੀ ਦੇ ਅਤੇ ਗੁਰਸਿੱਖਾਂ ਬਿਨਾਂ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਜੋ ਸਾਨੂੰ ਦੱਸ ਸਕੇ ਕਿ ਠਾਕੁਰ ਦਾ ਅਸਲੀ ਸਰੂਪ ਕੀ ਹੈ। ਸਾਨੂੰ ਕਿਸੇ ਚੰਗੇ ਸੰਤ ਮਹਾਤਮਾ ਨੂੰ ਲੱਭਣਾ ਪਵੇਗਾ। ਸਾਨੂੰ ਠਾਕੁਰ ਜੀ ਤੋਂ ਮਿਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਇਸ ਤਰ੍ਹਾਂ ਦੀ ਇੱਛਾ ਪੂਰੀ ਕਰਨ ਦੇ ਸਮਰੱਥ ਹਨ, ਜੋ ਸਾਨੂੰ ਦੱਸ ਸਕਦੇ ਹਨ ਕਿ ਠਾਕੁਰ ਦਾ ਅਸਲੀ ਸਰੂਪ ਕੀ ਹੈ ਅਤੇ ਉਹ ਕਿਹੋ ਜਿਹੇ ਹਨ, ਅਤੇ ਜਿਸ ਕੋਲ ਤੁਸੀਂ ਅਰਦਾਸ ਕਰਨੀ ਹੈ ਉਸ ਦੀ ਮਹਾਨਤਾ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਉਹ ਵਾਹਿਗੁਰੂ ਸਾਡੇ ਮਾਤਾ ਪਿਤਾ ਹਨ। ਉਹ ਦਿਆਲੂ, ਕਿਰਪਾਲੂ ਅਤੇ ਬਖਸ਼ਣਹਾਰ ਹਨ। ਸਭ ਦੁੱਖ ਦੂਰ ਕਰਨ ਵਾਲੇ ਹਨ, ਸੁੱਖਾਂ ਦਾ ਖਜ਼ਾਨਾ ਦੇਣ ਵਾਲੇ ਹਨ। ਉਹ ਅਕਾਲ ਚਲਾਣੇ, ਹੜ੍ਹ, ਬਰਬਾਦੀਆਂ ਦਾ ਕਾਰਨ ਨਹੀਂ ਹਨ। ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਉਹ ਤਾਂ ਸੁੱਖਾਂ ਦਾ ਖਜ਼ਾਨਾ ਹਨ। ਉਹ ਤਾਂ ਜਿਨ੍ਹਾਂ ਕੋਲ ਕੱਖ ਨਹੀਂ, ਉਹਨਾਂ ਨੂੰ ਵੀ ਭਰਨ ਵਾਲੇ ਹਨ। ਉਹ ਤਾਂ ਤੱਤੀ ਹਵਾ ਨਹੀਂ ਲੱਗਣ ਦਿੰਦੇ। ਉਹ ਤਾਂ ਮਹਾਨ ਦਾਤਾ ਹਨ। ਬਾਣੀ ਸੁਣ ਤਾਂ ਸਾਡਾ ਤਾਪ ਦੂਰ ਕਰਦੇ ਹਨ। ਜਿਵੇਂ ਜਿਵੇਂ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ, ਉਵੇਂ ਉਵੇਂ ਸਾਨੂੰ ਠਾਕੁਰ ਦਾ ਸਹੀ ਸਰੂਪ ਪਤਾ ਲੱਗ ਜਾਵੇਗਾ। ਇਹ ਕੋਈ 1-2 ਦਿਨ ਦੀ ਗੱਲ ਨਹੀਂ ਹੈ। ਇਹ ਤਾਂ ਚੰਗੀ ਤਰ੍ਹਾਂ ਅਭਿਆਸ ਕਰਨ ਨਾਲ ਸਾਡੇ ਮਨ ਅੰਦਰ ਉਹਨਾਂ ਦਾ ਸਰੂਪ ਬੈਠ ਜਾਏਗਾ। ਸਮਝ ਕੇ ਪਾਠ ਕਰਨ ਨਾਲ ਸਾਨੂੰ ਹੋਰ ਸਮਝ ਆਵੇਗਾ, ਦੂਜੀ ਵਾਰ ਹੋਰ ਡੂੰਘੀ ਸਮਝ ਆਏਗਾ। ਫਿਰ ਉਸ ਤੋਂ ਬਾਅਦ ਸ਼ਬਦ ਵਾਰ-ਵਾਰ ਪੜ੍ਹਨ ਨਾਲ ਅਨੋਖਾ ਰਸ ਅਤੇ ਆਨੰਦ ਆਵੇਗਾ। ਜਿਵੇਂ ਜਿਵੇਂ ਸ਼ਬਦ ਸਮਝ ਪੜਾਂਗੇ, ਉਵੇਂ ਉਵੇਂ ਅੰਦਰ ਵਾਹਿਗੁਰੂ ਦਾ ਵਾਸ ਹੋਏਗਾ। ਗਿਆਨ ਅਤੇ ਪ੍ਰੇਮ ਗੁਰੂ ਪ੍ਰਤੀ ਵੱਧਦਾ ਜਾਵੇਗਾ ਅਤੇ ਠਾਕੁਰ ਭਾਵ ਵਾਹਿਗੁਰੂ ਦਾ ਸਹੀ ਸਰੂਪ ਮਨ ਵਿੱਚ ਵਸਣਾ ਸ਼ੁਰੂ ਹੋ ਜਾਵੇਗਾ।
जिन्ना ज़्यादा ये ਸਰੂਪ सानू सही नज़र आएगा उन्ना ही जल्दी साडी अरदास ठीक पते ते पहुँचेगी ते सुनी जाएगी। श्री गुरु ग्रंथ साहिब जी का पाठ करके वाहिगुरू नूं पूर्ण रूप विच वेखण ते समझण दा भाव एक मिसाल नाल समझाया जा सकता है कि तू मेरा माता तू मेरा पिता। ਇਹ शब्द ਨੂੰ उदों तक समझो जब तक वाहिगुरू माता पिता वांग प्यार करते नज़र ना आउण लग जाण। अपने जो माता पिता ने आपां नूं प्यार करते हैं ना, तो उवें ही वाहिगुरू भी आपां नूं करते हैं। अपना भरोसा वाहिगुरू ते कर, सारा कुछ उसते छड्ड दईए, उसते पूरा यकीन करिए कि साडियां सारियां लोड़ां साडियां मंगां उस प्रेम भरियां होणगियां, वो वाहिगुरू ने पूरियां करनियां ने। जिवें एक माता पिता अपने बच्चे दियां लोड़ां पूरियां करते हैं, वाहिगुरू का ਸਰੂਪ समझण लई यह भी जरूरी है। समझना कि वाहिगुरू किसी जो हड़ भुचाल आउंदे ने उन्हां दा जिम्मेवार नहीं हैगा। इस करके गुरबाणी का जाप करने वाले नूं वाहिगुरू का डराउणा ਸਰੂਪ जो मन तो बाहर कढदी है। वाहिगुरू कदे भी कहते ने ना दुख नरक वो देने वाला नहीं है, वो तो सिर्फ प्रेम का ही ਸਰੂਪ है। ये शक जरूर पैदा होंदा दिल विच, ये जो दुख हैं ये वाहिगुरू नहीं दिंदे हैं या कौन दिंदा है। हाँ, ये बहुत डूंगी गल है, इसकी छेती समझ नहीं आती। आपां वाहिगुरू नूं हर समय अपने नाल नहीं समझते, तो उन्हां दा जो चानण हर जगह नहीं आउंदा। वाहिगुरू की गैर हाज़री का नाम है माया, जिसका ਸਰੂਪ हनेरे विच आपां नूं धक्की जांदा है। वो हनेरा ही करदी है, असी हर समय हनेरे विच काम करते हैं। जो दुख ने बीमारियां ने कलेश ने ये माया ने पैदा किए हैं। जिवें चानण आउण नाल हनेरा भज जांदा है, उवें वाहिगुरू नूं अंग संग मन्निया माया के खतरे तो टल जाते हैं। माया असली ਸਰੂਪ का जो है नाग है, जो इस सेवा करता है, वाहिगुरू का नाम लेंदा है, वो बच जाता है। सानू अरदास फिर करनी किवें चाहिदी है? सानू पहला ਸਰੂਪ मालक का वो वाहिगुरू का ਸਰੂਪ पता होना चाहिए, वो वाहिगुरू अगे अरदास का ढंग पता होना चाहिए। ये साडे ते निर्भर करता है कि आपां वाहिगुरू नाल किवें दा रिश्ता बनाउणा है, असीं उन्हां दी सेवा किवें करनी है, मन विच किवें धारना है। पाठ करके चंगे काम कर असीं अपणियां थुड़ां पूरियां होण दी अरदास कर सकते हैं, बिल्कुल उवें जिवें नौकर अपने मालक तो फल चाहुंदा है सेवा करके। अरदास कर मनुख नूं नतीजे का सहारा अपने कर्मां तो हुंदा है, पर क्यों मनुख पूर्ण तौर पर पूर्ण कर्म नहीं कर सकता, जिस करके मनुख तो पाप ते गलतियां हुंदियां ने। जे अरदास 100% पूरी ना होवे, कदे निराश नहीं होना चाहिए। मनुख नूं अगे कदम वधाउणे चाहिए हैं। चंगे कर्मां दा फल जरूर मिलदा है, भावें जल्दी मिल जाए, भावें थोड़ा समा लग जाए। दूजे हालात विच वाहिगुरू नूं पति जान के आप पत्नी वांग वाहिगुरू तो मंग रखना। इस हालात विच सेवा करन तो इलावा प्यार भी शामिल हो जाता है, जिसका नतीजा सेवा की जो मजदूरी है वो वध मिलती है अते गलतियां की माफ़ी भी हो जाती है। जदों मन इस हालत विच आ जाए, वाहिगुरू सब गलतियां माफ़ कर देंदे हैं। इस अवस्था विच उदों तक ना मंगो जदों तक दिल विच प्यार ना आ जाए। जुबानी प्यार नहीं हुंदा, वाहिगुरू अगे तां जो दिलां दी प्रीख्या हुंदी है। वाहिगुरू कदे धोखे विच नहीं आउंदे। तीजी अवस्था विच पिता ते पुत्तर दी, ये सब तो उच्ची है। इत्थे अकल ते जो चतुराई है वो छड्डनी पैंदी है। जिन्नी जल्दी तू मनुखा छोटा बच्चा बन जाएगा, उन्नी जल्दी पिता की गोद विच मिले तेनू बैठण नूं थां मिलेगी। इस्त्री ते पति के प्यार विच दूरी हो सकती है, पर पिता ते पुत्तर के प्यार विच कोई दूरी नहीं हो सकती। जे असीं सच विच वाहिगुरू नूं पूरा आसरा समझिए ना, बच्चे वांग बिना किसी नाराज़गी तो उसनूं कबूल कर लीए, तो फिर ये गल सच समझ लवो, पिता पुत्तर की गल कदे नहीं मोड़ता। एक अपने अंदर गल बैठा लो, असी वाहिगुरू नूं नहीं बदल रहे, वो तो एक ਸਰੂਪ है जिसनों असी जान रहे हैं, जिसनों असी पहचान रहे हैं। गुरबाणी उसते हिरदे विच वसदी है जिस उत्ते वाहिगुरू की मेहर हो जाए। तो मेहर किवें हुंदी है? जदों आपां गुरबाणी जाप करते हैं। नदर एक करिश्मा है वो वाहिगुरू दा। गुरबाणी फिर अखर नहीं रहिंदे, वो अमृत की धारा बन जाते हैं। गुरबाणी धुर दरगाह दी है, यह वो चैन है जिस उत्ते असी चढ़ असी अपने अग्गा सवार सकते। आपां गुरु घर जाते हैं, पूरा धार के नहीं जाते, कोई 10%, कोई 20%, कोई अपने अंदर थोड़ी जी थां रख के जाता है।
ਅਸੀਂ ਬਾਕੀ ਨਿਸ਼ਚਾ ਨਹੀਂ ਰੱਖਦੇ ਕਿ ਵਾਹਿਗੁਰੂ ਤੇਰੇ ਕੋਲ ਆਏ ਹਾਂ, ਅਸੀਂ ਤੇਰੀ ਜੋਤ ਹਾਂ, ਸਾਡੀ ਤੋਂ ਜੋ ਵੀ ਆਸ ਹੈ, ਜੋ ਵੀ ਸਾਡੀ ਮਨੋਕਾਮਨਾ ਉਹ ਪੂਰੀ ਕਰਦੇ ਨੇ ਕਿ ਤੇਰੇ ਅੰਦਰ ਇੱਕ ਜੋਤ ਹੈ, ਤੂੰ ਉਸ ਦੀ ਪਛਾਣ ਲੈ। ਇੱਕ ਸਿਕੰਦਰ ਹੋਇਆ, ਉਹ ਅਕਾਲ ਚਲਾਣੇ ਕਰ ਗਿਆ। ਉਸ ਦੀ ਮਾਂ ਬੜਾ ਵਿਰਲਾਪ ਕਰਦੀ ਹੈ। ਸ਼ਮਸ਼ਾਨ ਭੂਮੀ ਜਾ ਕੇ ਉੱਥੇ ਰੋਂਦੀ ਰਹਿੰਦੀ ਹੈ। ਇੱਕ ਆਵਾਜ਼ ਆਉਂਦੀ ਹੈ, ਮਾਤਾ ਤੂੰ ਕਿਉਂ ਰੋਂਦੀ ਹੈ? ਇੰਨੇ ਮਹੀਨੇ ਹੋ ਗਏ ਤੈਨੂੰ ਇੱਥੇ ਆਉਂਦੀ ਨੂੰ, ਤੂੰ ਰੋਂਦੀ ਰਹਿੰਦੀ ਹੈ। ਆਵਾਜ਼ ਦਾ ਜਵਾਬ ਦਿੰਦੇ ਹੋਏ ਕਹਿੰਦੀ ਹੈ, ਮੈਂ ਆਪਣੇ ਪੁੱਤਰ ਸਿਕੰਦਰ ਨੂੰ ਰੋਂਦੀ ਹਾਂ। ਉਸ ਦੀ ਕੋਈ ਨਿਸ਼ਾਨੀ ਮਾਤਾ? ਉਹ ਕਹਿੰਦੀ ਦੁਨੀਆ ਦਾ ਬਹੁਤ ਵੱਡਾ ਬਾਦਸ਼ਾਹ ਸੀ, ਬਹੁਤ ਵੱਡਾ ਰਾਜਾ ਸੀ। ਕਹਿੰਦਾ ਕੋਈ ਹੋਰ ਨਿਸ਼ਾਨੀ ਦੱਸ। ਕਹਿੰਦਾ ਇੱਥੇ ਬਹੁਤ ਸਿਕੰਦਰ ਨੇ, ਜਿੱਥੇ ਵੀ ਪੈਰ ਰੱਖੇਂਗੀ ਲੱਖਾਂ ਸਿਕੰਦਰ ਨੇ ਥੱਲੇ। ਤੂੰ ਦੁਖੀ ਨਾ ਹੋ, ਜਿਸ ਸੁੱਖ ਦੀ ਤੂੰ ਭਾਲ ਕਰਦੀ ਹੈ ਉਹ ਤੇਰੇ ਅੰਦਰ ਹੈ, ਤੇਰੇ ਪੁੱਤ ਨੇ ਨਹੀਂ ਦੇਣਾ। ਉਹ ਖੋਜ ਤੇਰੇ ਅੰਦਰ ਹੈ, ਉੱਥੇ ਪਹੁੰਚ। ਵਾਹਿਗੁਰੂ ਨਾਲ ਜੋੜ ਆਪਣੇ ਆਪ ਨੂੰ, ਮਨ ਵਿੱਚ ਭਰੋਸਾ ਪੈਦਾ ਕਰ। ਜੇ ਭਰੋਸਾ ਨਹੀਂ, ਵਿਸ਼ਵਾਸ ਤੋਂ ਹੀਨ ਹੈ ਤਾਂ ਜੋ ਕੁਝ ਮਰਜ਼ੀ ਕਰ ਲੈ, ਤੇਰਾ ਭਲਾ ਨਹੀਂ ਹੋਣਾ। ਤੂੰ ਗੁਰੂ ਨਾਲ ਆਪਣੀ ਸਾਂਝ ਬਣਾ। ਜਿਸ ਦਿਨ ਗੁਰੂ ਨਾਲ ਤੂੰ ਆਪਣੀ ਸਾਂਝ ਬਣਾ ਲਈ, ਤੇਰੇ ਅੰਦਰ ਦੀ ਜੋ ਹਉਮੈ ਹੈ ਉਹ ਦੂਰ ਹੋਗੀ, ਤੂੰ ਹਉਮੈ ਰਹਿਤ ਹੋਗੀ। ਹਉਮੈ ਕਾਰਨ ਅਸੀਂ ਸੁੱਤੇ ਪਏ ਹਾਂ। ਜੋ ਗੁਰਬਾਣੀ ਨਾਲ ਉੱਠੇਗਾ ਉਹੀ ਜਿਉਂਦਾ। ਅਸੀਂ ਰੋਜ਼ 24,000 ਸਵਾਸ ਗਵਾ ਰਹੇ ਹਾਂ, ਜੋ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਜਾ ਰਹੇ ਨੇ। ਦੋ ਤਰ੍ਹਾਂ ਦੀ ਸੂਰਤ ਹੁੰਦੀ ਹੈ, ਇੱਕ ਉਹ ਜੋ ਮੈਡੀਕਲ ਸੂਰਤ ਵਿੱਚ ਅਸੀਂ ਕਰਦੇ ਹਾਂ, ਜਿਵੇਂ ਮੰਨ ਲਓ ਮੈਮਰੀ, ਆਪਣੀ ਡਰ, ਤ੍ਰਿਸ਼ਨਾ, ਗੁੱਸਾ ਦਾ ਘਰ। ਦੂਜੀ ਸੂਰਤ ਜਿਸ ਨੂੰ ਰੂਪ ਦਿੰਦੀ ਹੈ ਉਹ ਸਾਡੀ ਸੂਰਤ ਹੈ, ਜਿੱਥੇ ਮਨ ਖਤਮ ਹੋਵੇਗਾ ਅਤੇ ਪ੍ਰਭੂ ਵਾਹਿਗੁਰੂ ਸ਼ੁਰੂ ਹੋਵੇਗਾ। ਵਾਹਿਗੁਰੂ ਨਾਲ ਖਿਮਾ ਤੇਰੇ ਅੰਦਰ ਪੈਦਾ ਹੋਏਗੀ, ਜੋ ਗੁੱਸੇ ਨੂੰ ਭਜਾ ਦੇਗੀ। ਵਿਵੇਕ ਬੁੱਧੀ ਤੇਰਾ ਮੋਹ ਖਤਮ ਕਰ ਦੇਗੀ। ਨਿਮਰਤਾ ਨੇ ਹੰਕਾਰ ਖਤਮ ਕਰ ਦਿੱਤਾ ਅਤੇ ਤੂੰ ਫਿਰ ਬੰਦਗੀ ਵਿੱਚ ਬੈਠ ਗੁਰੂ ਨਾਲ ਜੁੜ ਜਾਏਗਾ। ਮਨ ਕਾਬੂ ਹੋ ਗਿਆ, ਤੂੰ ਜੱਗ ਜਿੱਤ ਲਿਆ। ਜੇ ਮਨ 'ਤੇ ਕਾਬੂ ਨਹੀਂ ਤਾਂ ਸਭ ਦੁਸ਼ਮਣ ਜਾਗ ਪੈਣਗੇ, ਸਾਰੇ ਵਿਕਾਰ ਜਾਗ ਪੈਣਗੇ। ਮਨ ਦੁਸ਼ਮਣ ਨੂੰ ਜਿੱਤ ਲਿਆ, ਸਭ ਜਿੱਤ ਲਿਆ। ਜੇ 5 ਸਾਲ ਦਾ ਬੱਚਾ ਸਿਮਰਨ ਕਰ ਪ੍ਰਭੂ ਨੂੰ ਪਾ ਸਕਦਾ ਤਾਂ ਆਪਾਂ ਕਿਉਂ ਵਿਸਾਰ ਕੇ ਬੈਠੇ ਹਾਂ? ਜੇ ਬੱਚਾ ਪਹੁੰਚ ਸਕਦਾ ਹੈ ਤਾਂ ਫਿਰ ਤੂੰ ਤਾਂ ਸਿਆਣਾ, ਫਿਰ ਤੇਰੇ ਵਿੱਚ ਤਾਂ ਫਿਰ ਵੀ ਦਿਮਾਗ ਹੈ। ਇਸ ਲਈ ਆਓ ਉਹ ਵਾਹਿਗੁਰੂ ਅੱਗੇ ਅਰਦਾਸ ਕਰੀਏ। ਪਹਿਲਾਂ ਵਿਸ਼ਵਾਸ ਬਣਾਈਏ ਕਿ ਵਾਹਿਗੁਰੂ ਮੇਰਾ ਮਾਤਾ ਪਿਤਾ ਹੈ, ਉਹਨੇ ਮੇਰੀ ਮੰਗ ਪੂਰੀ ਕਰਨੀ ਹੀ ਕਰਨੀ ਹੈ। ਜਿਸ ਦਿਨ ਇਹ ਵਿਸ਼ਵਾਸ ਆ ਗਿਆ, ਆਪੇ ਸਾਰਾ ਕੁਝ ਠੀਕ ਹੋ ਜਾਏਗਾ। ਫਿਰ ਆਓ ਰਲ ਮਿਲ ਵਾਹਿਗੁਰੂ ਦਾ ਜਾਪ ਕਰੀਏ ਅਤੇ ਵਾਹਿਗੁਰੂ 'ਤੇ ਆਪਣਾ ਵਿਸ਼ਵਾਸ ਬਣਾਈਏ।